ਅਗਰ ਕਿਸੇ ਦੇ ਤੁਸੀਂ ਸਾਹਮਣੇ ਜਾਂਦੇ ਹੋ ਨਾ, ਤੇ ਅਗਰ ਉਹਨੂੰ ਗੁੱਸਾ ਚੜਿਆ ਹੁੰਦਾ ਕਿਸੇ ਅਫਸਰ ਨੂੰ ਜਾਂ ਕਿਸੇ ਅਹੁਦਾਦਾਰਾਂ ਨੂੰ ਜਾਂ ਕਿਸੇ ਹਸਦ ਵਾਲੇ ਨੂੰ ਜਾਂ ਤਕੱਬਰ ਵਾਲੇ ਨੂੰ, ਉਹ ਪਤਾ ਅੱਗੋਂ ਕੀ ਕਹਿੰਦਾ? ਕਹਿੰਦਾ ਮੈਨੂੰ ਜਾਣਦਾ ਮੈਂ ਕੌਣ? ਤੇ ਅੱਗੇ ਜਿਹੜਾ ਬੰਦਾ ਸੁਣਦਾ ਹੁੰਦਾ ਹੈ, ਜੇ ਤਾਂ ਅਗਰ ਉਹਨੂੰ ਜਾਣਦਾ ਤੇ ਉਹ ਕਹਿੰਦਾ ਹਾਂ ਮੈਂ ਤੈਨੂੰ ਜਾਣਦਾ। ਅਗਰ ਉਹ ਨਹੀਂ ਜਾਣਦਾ ਤੇ ਉਹ ਕਹਿੰਦਾ ਨਹੀਂ ਸਰ ਮੈਨੂੰ ਨਹੀਂ ਪਤਾ ਤੁਸੀਂ ਕੌਣ ਹੋ। ਪਿਆਰੇ ਦੋਸਤੋ, ਅਗਰ ਤੁਹਾਨੂੰ ਇਹ ਪਤਾ ਲੱਗ ਜਾਵੇ ਕਿ ਤੂੰ ਕੌਣ ਵਾ ਜਾਂ ਮੈਂ ਕੌਣ ਵਾ, ਤੇ ਇਸ ਦੁਨੀਆ ਦੇ ਉੱਤੇ ਉਸ ਇਨਸਾਨ ਨੂੰ ਦੇਖ ਲੈਣਾ ਚਾਹੀਦਾ ਵਾ ਕਿ ਮੈਂ ਕੌਣ ਆ। ਅਗਰ ਇਹ ਇੱਕ ਨੁਕਤਾ ਤੁਹਾਡੇ ਹੱਥ ਦੇ ਵਿੱਚ ਆ ਜਾਵੇ ਕਿ ਮੈਂ ਕੌਣ ਆ, ਤੇ ਬਾਕੀ ਨੁਕਤੇ ਸਾਰੇ ਪਿੱਛੇ ਨੇ। ਲੇਕਿਨ ਇਸ ਚੀਜ਼ ਨੂੰ ਸੋਚਿਆ ਕਰੋ, ਦੇਖਿਆ ਕਰੋ, ਦੇਖੋ ਆਪਣੇ ਅੰਦਰ ਵੜ ਕੇ ਦੇਖੋ, ਆਪਣੇ ਆਪ ਨੂੰ ਦੇਖੋ ਕਿ ਮੈਂ ਕੌਣ ਆ, ਮੈਂ ਕਿੱਥੋਂ ਆਇਆ ਵਾਂ, ਮੈਂ ਕਿੱਥੇ ਜਾਣਾ ਵਾਂ। ਇਹ ਹਸਦ, ਤਕੱਬਰ, ਰਿਆਕਾਰੀ ਇਹੀ ਸਾਨੂੰ ਪਹਿਚਾਨਣ ਨਹੀਂ ਦਿੰਦੀ। ਸ਼ੈਤਾਨ, ਨਫਸ ਇਹੀ ਸਾਨੂੰ ਉਸ ਅੰਧੇਰੇ ਦੇ ਵਿੱਚ ਇਹਨਾਂ ਨੇ ਧਕੇਲਿਆ ਹੋਇਆ ਵਾ ਕਿ ਜਿੱਥੇ ਆਪਣੀ ਵਾਪਸੀ ਬਹੁਤ ਮੁਸ਼ਕਲ ਆ। ਕੋਸ਼ਿਸ਼ ਕਰੋ ਕਿ ਤੁਸੀਂ ਪਹਿਚਾਨ ਜਾਓ ਕਿ ਤੁਸੀਂ ਕੌਣ ਹੋ, ਜਾਂ ਇਹ ਨੁਕਤਾ ਤੁਹਾਡੇ ਹੱਥ ਆ ਜਾਵੇ ਕਿ ਮੈਂ ਕੌਣ ਆ, ਕਿੱਥੋਂ ਆਇਆ ਵਾਂ ਤੇ ਕਿੱਥੇ ਜਾਣਾ ਵਾਂ। ਇਸ ਵਕਤ ਦੇ ਵਿੱਚ ਉਹ ਇਨਸਾਨ ਅੱਧਾ ਵਲੀ ਹੈ। ਉਹ ਉਸ ਰਸਤੇ ਦੇ ਉੱਤੇ, ਤਰੀਕਤ ਦੇ ਰਸਤੇ ਦੇ ਉੱਤੇ ਚੜ੍ਹ ਸਕਦਾ ਵਾ, ਜਾਂ ਉਹ ਮੰਜ਼ਿਲ ਤੈਅ ਕਰ ਸਕਦਾ ਵਾ ਜਿਹਨੂੰ ਇਹ ਪਤਾ ਲੱਗ ਜਾਵੇ ਕਿ ਮੈਂ ਕੌਣ ਆ। ਇਹ ਇਨਸਾਨ ਜਦੋਂ ਮਰਦਾ ਵਾ, ਇਹਦੇ ਵਿੱਚੋਂ ਕੋਈ ਚੀਜ਼ ਨਹੀਂ ਜਾਂਦੀ, ਹਰ ਚੀਜ਼ ਇਹਦੇ ਅੰਦਰ ਮੌਜੂਦ ਆ। ਅਗਰ ਇਹਦਾ 100 ਕਿਲੋ ਵਜ਼ਨ ਆ ਤੇ ਜਦੋਂ ਮਰੇਗਾ ਨਾ ਉਹੀ 100 ਕਿਲੋ ਹੀ ਹੋਣਾ ਹੈ। ਇਹਦੇ ਵਿੱਚੋਂ ਕੋਈ ਚੀਜ਼ ਨਹੀਂ ਘਟਦੀ। ਜਿਹੜੀ ਚੀਜ਼ ਇਹਦੇ ਵਿੱਚੋਂ ਪਰਵਾਜ਼ ਕਰਦੀ ਆ, ਜਿਹੜੀ ਚੀਜ਼ ਇਹਦੇ ਵਿੱਚੋਂ ਪਰਵਾਜ਼ ਕਰਦੀ ਆ, ਉਹ ਹੈਗੀ ਆ ਰੂਹ। ਰੂਹ ਕੀ ਚੀਜ਼ ਆ? ਜਿਹੜੀ ਇਸ 100 ਕਿਲੋ ਨੂੰ ਚੁੱਕ ਕੇ ਤੁਰੀ ਫਿਰਦੀ ਆ। ਲੇਕਿਨ ਇਸ ਚੀਜ਼ ਨੂੰ ਸਮਝ ਜਾਓ ਕਿ ਰੂਹ ਕਿੱਥੋਂ ਆਈ ਆ, ਰੂਹ ਕੀ ਚੀਜ਼ ਵਾ, ਤੇ ਫਿਰ ਤੁਹਾਨੂੰ ਕਿਸੇ ਹੋਰ ਪਾਸੇ ਜਾਣ ਦੀ ਕੋਈ ਜ਼ਰੂਰਤ ਹੀ ਨਹੀਂ। ਲਿਹਾਜ਼ਾ ਕਿ ਆਪਣੇ ਆਪ ਨੂੰ ਦੋਸਤੋ ਪਹਿਚਾਨੋ ਕਿ ਮੈਂ ਕੌਣ ਆ, ਮੈਂ ਕਿੱਥੋਂ ਆਇਆ ਵਾਂ, ਮੈਂ ਕਿੱਥੇ ਜਾਣਾ ਵਾਂ। ਇਹ ਜਿਸਮ ਇੱਕ ਮਕਾਮ ਆ, ਇਹ ਉਸ ਰੂਹ ਦਾ ਲਿਬਾਸ ਆ। ਕਿਸ ਰੂਹ ਦਾ ਲਿਬਾਸ ਆ? ਜਿਸ ਤਰ੍ਹਾਂ ਅਸੀਂ ਇਸ ਜਿਸਮ ਦੇ ਉੱਤੇ ਇਹ ਕੱਪੜਾ ਪਹਿਨਿਆ ਹੋਇਆ, ਇਹਨੂੰ ਢੱਕਿਆ ਹੋਇਆ, ਇਸ ਜਿਸਮ ਦੇ ਉੱਤੇ ਕੋਈ ਦਾਗ ਹੋਵੇ, ਕੋਈ ਧੱਬਾ ਹੋਵੇ, ਕੋਈ ਜ਼ਖਮ ਹੋਵੇ, ਆਹ ਸਾਡਾ ਕੱਪੜਾ ਪਹਿਨਣ ਨਾਲ ਨਜ਼ਰ ਨਹੀਂ ਆਉਂਦਾ। ਲਿਹਾਜ਼ਾ ਉਸ ਰੂਹ ਦਾ ਲਿਬਾਸ ਜਿਸਮ ਆ, ਉਸ ਰੂਹ ਦਾ ਲਿਬਾਸ ਜਿਸਮ ਆ। ਜਦੋਂ ਉਹ ਰੂਹ ਪਰਵਾਜ਼ ਹੋ ਜਾਂਦੀ ਆ, ਇਹਦੇ ਵਿੱਚੋਂ ਕੋਈ ਚੀਜ਼ ਨਹੀਂ ਕਮੀ ਹੁੰਦੀ। ਉਹਦੀ ਸ਼ਾਨ ਹੈ, ਉਸ ਰੂਹ ਦਾ ਹੀ ਕਮਾਲ ਆ ਕਿ ਇਹਨੂੰ ਲੈ ਕੇ ਕਾਇਨਾਤ ਦੇ ਵਿੱਚ, ਆਸਮਾਨ ਤੇ ਉੜਿਆ ਫਿਰਦਾ ਹੈ। ਕਾਇਨਾਤ ਦੇ ਵਿੱਚ ਮੈਂ ਕੌਣ ਆ, ਮੈਨੂੰ ਜਾਣਦਾ ਹੈ ਮੈਂ ਕੌਣ ਆ। ਸਿਰਫ ਉਸ ਇੱਕ ਰੂਹ ਦਾ ਕਮਾਲ ਆ। ਅਗਰ ਉਹ ਰੂਹ ਜਦੋਂ ਇੱਥੋਂ ਜੁਦਾ ਹੁੰਦੀ ਆ, ਆਪਣੇ ਅਸਲੀ ਮਕਾਮ ਦੇ ਉੱਤੇ ਪਹੁੰਚਣ ਵਾਸਤੇ ਪਰਵਾਜ਼ ਕਰਦੀ ਆ, ਤੇ ਫਿਰ ਇਹਨੂੰ ਹੁਕਮ ਨਹੀਂ ਹੁੰਦਾ ਕਿ ਆਪਣਾ ਇੱਕ ਵਾਲ ਵੀ ਪੱਟ ਕੇ ਦਿਖਾ ਦੇਵੇ ਜਾਂ ਇੱਕ ਵਾਲ ਵੀ ਹਿਲਾ ਦੇਵੇ। ਫਿਰ ਕੀ ਹੁੰਦਾ ਹੈ ਕਿ 100 ਬੰਦਾ ਇਹਨੂੰ ਚੁੱਕਣ ਵਾਲਾ ਹੁੰਦਾ ਹੈ, ਫਿਰ 100 ਬੰਦਾ ਇਹਨੂੰ ਚੁੱਕਣ ਵਾਲਾ ਹੁੰਦਾ ਹੈ। ਤੇ ਲਿਹਾਜ਼ਾ ਉਹ ਮਕਾਮ ਸਮਝੋ, ਉਹ ਰੂਹਾਨੀਅਤ ਸਮਝੋ, ਉਹ ਆਪਣੀ ਰੂਹ ਸਮਝੋ ਕਿ ਜਦੋਂ ਇੱਕ ਰੂਹ ਇਸ ਜਿਸਮ ਦੇ ਵਿੱਚ ਦਾਖਲ ਵਾ ਤੇ ਪੂਰੀ ਕਾਇਨਾਤ ਦੇ ਵਿੱਚ ਉਹ ਉੱਡਿਆ ਫਿਰਦਾ ਹੈ। ਜਦੋਂ ਉਹ ਇੱਕ ਆਪਣੇ ਮਕਾਮ ਬਰਜ਼ਖ ਦੇ ਵਿੱਚ ਪਹੁੰਚਣ ਵਾਸਤੇ ਉਹ ਇੱਥੋਂ ਪਰਵਾਜ਼ ਕਰਦੀ ਆ, ਤੇ ਫਿਰ ਕੀ ਆ ਕਿ ਫਿਰ ਇਹਦੇ ਪੱਲੇ ਕੁਛ ਨਹੀਂ ਰਹਿੰਦਾ। ਫਿਰ ਇਹਨੂੰ ਚੁੱਕਣ ਵਾਲੇ ਹੁੰਦੇ ਨੇ
4 ਬੰਦੇ 5 ਬੰਦੇ 8 ਬੰਦੇ ਇਹਨੂੰ ਚੁੱਕਣ ਵਾਲੇ ਹੁੰਦੇ ਨੇ, ਲੇਕਿਨ ਫਿਰ ਵਕਤ ਗੁਜ਼ਰ ਚੁੱਕਿਆ ਹੁੰਦਾ ਹੈ। ਫਿਰ ਬੰਦਾ ਇਨਸਾਨ ਪਛਤਾਉਂਦਾ ਕਿ ਐ ਕਾਸ਼ ਮੈਂ ਉਸ ਮਕਾਮ ਨੂੰ ਸਮਝ ਜਾਂਦਾ, ਮੈਂ ਉਸ ਆਪਣੀ ਰੂਹਾਨੀਅਤ ਨੂੰ ਸਮਝ ਜਾਂਦਾ, ਮੈਂ ਆਪਣੀ ਤਰੀਕਤ ਨੂੰ ਸਮਝ ਜਾਂਦਾ, ਮੈਂ ਉਸ ਚੀਜ਼ ਨੂੰ ਸਮਝ ਜਾਂਦਾ ਜਿਸ ਚੀਜ਼ ਵਾਸਤੇ ਅੱਲਾਹ ਪਾਕ ਨੇ ਇਸ ਇਨਸਾਨ ਨੂੰ ਪੈਦਾ ਕੀਤਾ। ਉਹ ਰਸਤੇ ਵਾਸਤੇ ਪੈਦਾ ਕੀਤਾ ਕਿ ਐ ਇਨਸਾਨ ਤੂੰ ਮੈਨੂੰ ਸਮਝ, ਮੈਨੂੰ ਪਹਿਚਾਨ, ਮੈਂ ਕਿੱਥੇ ਹਾਂ, ਮੈਂ ਕਿਹੜੀ ਜਗ੍ਹਾ ਤੇ ਹਾਂ। ਐ ਇਨਸਾਨ ਤੂੰ ਮੈਨੂੰ ਸਮਝ। ਪਿਆਰੇ ਦੋਸਤੋ, ਸਾਡੀ ਰਿਕੁਐਸਟ ਆ ਕਿ ਤੁਸੀਂ ਆਪਣੇ ਆਪ ਨੂੰ ਪਹਿਚਾਨੋ, ਆਪਣੇ ਆਪ ਨੂੰ ਦੇਖੋ ਤੁਸੀਂ ਕੌਣ ਹੋ। ਲੇਕਿਨ ਦੁਨੀਆ ਦੇ ਵਿੱਚ ਇਹ ਹਸਦ ਤਕੱਬਰ ਇਹਦੇ ਪਿੱਛੇ ਨਹੀਂ ਲੱਗਣਾ। ਸਿਰਫ ਆਪਣੇ ਆਪ ਨੂੰ ਸਮਝਣਾ ਕਿ ਮੈਂ ਕੌਣ ਹਾਂ। ਉਹਦੇ ਵਾਸਤੇ 5-10 ਮਿੰਟ ਘੜੀ ਦੇ ਰਾਤ ਨੂੰ ਇਕੱਲਿਆਂ ਬੈਠ ਕੇ ਦਿਆ ਕਰੋ, ਆਪਣੇ ਆਪ ਨੂੰ 10 ਮਿੰਟ ਦਿਆ ਕਰੋ। 24 ਘੰਟੇ 23 ਘੰਟੇ ਤੁਸੀਂ ਜੋ ਮਰਜ਼ੀ ਕਰੋ, ਲੇਕਿਨ 10 ਮਿੰਟ ਆਪਣੇ ਆਪ ਨੂੰ ਦਿਆ ਕਰੋ ਕਿ ਸਿਰਫ ਇਹ ਸੋਚ ਲਿਆ ਕਰੋ ਕਿ ਮੈਂ ਕੌਣ ਹਾਂ, ਮੈਂ ਕੌਣ ਹਾਂ, ਮੈਂ ਕੌਣ ਹਾਂ। ਵਮਾ ਅਲੈਨਾ ਇल्लल बलागुल मुबीन।